ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਓ ਗੁਰੂ ਪਿਆਰੀ ਸਾਧ ਸੰਗਤ ਜੀਓ, ਹਰ ਰੋਜ਼ ਦੀ ਤਰ੍ਹਾਂ ਸੰਗਤ ਰੂਪ ਦੇ ਵਿੱਚ ਜੁੜ ਕੇ ਸਤਿਗੁਰਾਂ ਦੀ ਬਾਣੀ ਦੀ ਵਿਚਾਰ ਕਰੀਏ, ਸਤਿਗੁਰਾਂ ਦੇ ਉਪਦੇਸ਼ ਨੂੰ ਸਮਝੀਏ, ਮੰਨੀਏ, ਕਮਾਉਣ ਦੀ ਕੋਸ਼ਿਸ਼ ਕਰੀਏ। ਆਪਾਂ ਵਿਚਾਰ ਰਹੇ ਸੀ ਗੌੜੀ ਮਾਲਾ ਮਹੱਲਾ ਪੰਜਵਾਂ ਦੀ ਬਾਣੀ ਨੂੰ। ਸ਼ਬਦ ਵਿਚਾਰ ਰਹੇ ਸੀ, ਭਾਵਨ ਤਿਆਗਿਓ ਰੀ ਤਿਆਗਿਓ, ਤਿਆਗਿਓ ਮੈਂ ਗੁਰ ਮਿਲ ਤਿਆਗਿਓ। ਜਿਨ੍ਹਾਂ ਦੇ ਅੰਦਰ ਇੱਕ ਭਾਵਨਾ ਪੈਦਾ ਹੁੰਦੀ ਹੈ ਕਿ ਉਸ ਪ੍ਰਭੂ ਦੇ ਚਰਨਾਂ ਦੇ ਨਾਲ ਜੁੜਨਾ ਹੈ, ਪਰ ਉਸ ਦੇ ਨਾਲ ਜੁੜਨ ਦੇ ਵਾਸਤੇ ਮਨ ਨੂੰ ਕਾਫੀ ਕੁਛ ਤਿਆਗਣਾ ਪੈਂਦਾ ਹੈ। ਮਾਨ ਅਭਿਮਾਨ, ਹਰਖ ਸੋਗ, ਇਹਨਾਂ ਸਾਰੇ ਕੁਛ ਨੂੰ ਸਮ ਕਰਕੇ ਚੱਲਣਾ ਹੁੰਦਾ ਹੈ। ਸਰਬ ਸੁਖ ਆਨੰਦ ਮੰਗਲ ਰਸ ਮਾਨ ਗੋਬਿੰਦੈ ਆਗਿਓ। ਵੀ ਗੁਰ ਦੀ ਆਗਿਆ ਮੰਨ ਕੇ ਫਿਰ ਸਰਬ ਸੁਖ ਆਨੰਦ ਪ੍ਰਾਪਤ ਹੁੰਦਾ ਹੈ, ਰਸ ਪ੍ਰਾਪਤ ਹੁੰਦਾ ਹੈ। ਪਰ ਗੋਬਿੰਦ ਦੀ ਆਗਿਆ ਨੂੰ ਮੰਨ ਕੇ ਗੁਰ ਨੂੰ ਮਿਲ ਕੇ ਤਿਆਗ ਸਕਦੇ ਹਾਂ। ਤੇ ਇੱਦਾਂ ਸਾਨੂੰ ਸਮਝਾਉਂਦੇ ਵੀ ਇੱਦਾਂ ਅਸੀਂ ਵੀ ਤਿਆਗਿਆ ਹੈ। ਤ੍ਰੈਗੁਣੀ ਵਿਚਾਰਾਂ ਨੂੰ ਤੂੰ ਮਨ ਨੂੰ ਨਿਰਲੇਪ ਕਰਨਾ ਹੁੰਦਾ ਹੈ। ਸਾਧ ਸੰਗਤ ਪ੍ਰਸਾਦ ਸੰਤਨ ਕੈ ਸੋਇਓ ਮਨ ਜਾਗਿਓ। ਵੀ ਜਿਹੜਾ ਮਨ ਸੁੱਤਾ ਸੀ, ਸਾਧੂ ਜਨਾਂ ਦੀ ਸੰਗਤ ਦੇ ਵਿੱਚ ਸੰਤਾਂ ਦੇ ਗਿਆਨ ਦੁਆਰਾ ਸੁੱਤਾ ਮਨ ਜਾਗਿਆ। ਜਨ ਨਾਨਕ ਓਟ ਤੁਹਾਰੀ ਭਰਿਓ, ਆਇਓ ਸਰਨਾਗਿਓ। ਉਸ ਪ੍ਰਭੂ ਦੀ ਸ਼ਰਨ ਦੇ ਵਿੱਚ ਜਨਾਂ ਦਾ ਸੰਗ ਕਰਕੇ ਜਦੋਂ ਸਾਡਾ ਧਿਆਨ ਮੰਨ ਜਾਂਦਾ ਹੈ, ਨਾਮ ਰੰਗ ਸਹਿਜ ਰਸ ਮਾਣੇ ਫਿਰ ਦੁੱਖ ਨਾ ਲਾਗਿਓ। ਸਹਿਜ ਦੇ ਵਿੱਚ ਨਾਮ ਰੰਗ ਨੂੰ ਮਾਣਦਾ ਹੈ ਮਨ, ਫਿਰ ਮਨ ਨੂੰ ਦੁੱਖ ਨਹੀਂ ਲੱਗਦਾ। ਦੁੱਖ ਕਿਹੜਾ ਹੈ ਮਨ ਦੇ ਵਾਸਤੇ? ਵਿਛੋੜਾ ਹੈ ਪ੍ਰਭੂ ਦੇ ਨਾਲ, ਤੇ ਭੁੱਖ ਹੈ, ਤੇ ਜਮਾਂ ਦਾ ਡਰ ਹੈ। ਇਹ ਦੁੱਖ ਨੇ ਜਿਹੜੇ ਸਾਡੇ ਮਨ ਨੂੰ ਲੱਗੇ ਨੇ। ਦੁੱਖ ਵਿਛੋੜਾ, ਇੱਕ ਦੁੱਖ ਭੂਖ, ਇੱਕ ਦੁੱਖ ਸਖਤ ਵਾਰ ਜਮ ਦੂਤ, ਇੱਕ ਦੁੱਖ ਰੋਗ ਲੱਗੈ ਤਨ ਧਾਏ, ਵੈਦ ਨ ਪੋਲੇ ਦਾਰੂ ਲਾਏ। ਇਹ ਰੋਗ ਫਿਰ ਜਿਹੜਾ ਹੈ ਮਨ ਨੂੰ ਤਾਂ ਦੁੱਖ ਖਤਮ ਹੋ ਜਾਂਦਾ ਹੈ। ਇੱਥੇ ਤੱਕ ਆਪਾਂ ਕੱਲ੍ਹ ਵਿਚਾਰ ਕੀਤੀ ਸੀ। ਆਓ ਅਗਲਾ ਸ਼ਬਦ ਵਿਚਾਰਦੇ ਹਾਂ। ਗੌੜੀ ਮਾਲਾ ਮਹੱਲਾ ਪੰਜਵਾਂ। ਪਾਇਆ ਲਾਲ ਰਤਨ ਮਨ ਪਾਇਆ, ਤਨ ਸੀਤਲ ਮਨ ਸੀਤਲ ਥੀਆ, ਸਤਿਗੁਰ ਸ਼ਬਦ ਸਮਾਇਆ। ਤਨ ਵੀ ਸੀਤਲ ਹੋ ਗਿਆ, ਮਨ ਵੀ ਸੀਤਲ ਹੋ ਗਿਆ ਜਦੋਂ ਸੱਚੇ ਗੁਰ ਦੇ ਸ਼ਬਦ ਦੇ ਵਿੱਚ ਮਨ ਸਮਾ ਜਾਂਦਾ ਹੈ। ਮਨ ਸੱਚੇ ਗੁਰ ਦੇ ਸ਼ਬਦ ਵਿੱਚ ਸਮਾਇਆ ਤੇ ਤਨ ਵੀ ਸੀਤਲ ਹੋ ਗਿਆ, ਮਨ ਵੀ ਸੀਤਲ ਹੋ ਗਿਆ। ਤੇ ਪ੍ਰਾਪਤ ਕੀ ਹੋਇਆ? ਲਾਲ ਰਤਨ ਪਾਇਆ। ਲਾਲ ਰਤਨ ਮਨ ਪਾਇਆ। ਕਿਵੇਂ ਪਾਇਆ? ਸਤਿਗੁਰ ਦੇ ਸ਼ਬਦ ਦੁਆਰਾ ਸਮਾ ਕੇ ਤਨ ਵੀ ਸੀਤਲ, ਮਨ ਵੀ ਸੀਤਲ ਹੋ ਗਿਆ। ਕਿਉਂਕਿ ਸਹਿਜ ਦੇ ਵਿੱਚ ਪਰਮੇਸ਼ਰ ਦਾ ਨਾਮ ਹੈ, ਜਿਸ ਨੂੰ ਲਾਲ ਰਤਨ ਕਹਿ ਦਿੱਤਾ ਹੈ, ਮਾਨਕ ਮੋਤੀ ਕਹਿ ਦਿੱਤਾ ਹੈ। ਮਾਨਕ ਮੋਤੀ ਨਾਮ ਪ੍ਰਭ ਇਨ ਲਾਗੈ ਨਾਹੀ ਸਨ। ਜਿਨ੍ਹਾਂ ਨੂੰ ਕੋਈ ਚੁਰਾ ਨਹੀਂ ਸਕਦਾ,
ਸੰਸਾਰ ਦੇ ਵਿੱਚ ਧਨ ਦੌਲਤ ਚੁਰਾਈ ਜਾਂਦੀ ਹੈ, ਸਭ ਕੁਝ ਚੁਰਾਇਆ ਜਾ ਸਕਦਾ ਹੈ, ਲੇਕਿਨ ਆਪਣੇ ਘਰ ਦੇ ਵਿੱਚ ਜੋ ਨਾਮ ਹੈ, ਜੋ ਹੀਰਾ ਲਾਲ ਰਤਨ ਹੈ, ਮਾਣਕ ਮੋਤੀ ਹੈ, ਉਸ ਨੂੰ ਕੋਈ ਵੀ ਚੁਰਾ ਨਹੀਂ ਸਕਦਾ। ਉਸ ਨੂੰ ਨਾ ਪੌਣ ਉਡਾ ਸਕਦੀ, ਨਾ ਅਗਨ ਜਾਲ ਸਕਦੀ, ਨਾ ਪਾਣੀ ਡੁਬੋ ਸਕਦਾ ਹੈ, ਤੇ ਨਾ ਤਸਕਰ ਚੁਰਾ ਸਕਦਾ ਹੈ। ਇਹ ਸ਼ਬਦ, ਇਹ ਰਹੋ ਪੰਕਤੀਆਂ ਨੇ ਸ਼ਬਦ ਦੀਆਂ। ਪਾਇਆ ਲਾਲ ਰਤਨ ਮਨ ਪਾਇਆ, ਤਨ ਸੀਤਲ ਮਨ ਸੀਤਲ ਥੀਆ, ਸਤਿਗੁਰ ਸ਼ਬਦ ਸਮਾਇਆ। ਸਤਿਗੁਰ ਸ਼ਬਦ ਸਮਾ ਜਾਂਦਾ ਹੈ ਮਨ, ਮਨ ਵੀ ਰਤਨ ਬਣ ਜਾਂਦਾ ਹੈ। ਗੁਰ ਦੇ ਸ਼ਬਦ ਦੁਆਰਾ ਜਦੋਂ ਮਨ ਸਮਾਉਂਦਾ ਹੈ, ਕਿਉਂਕਿ ਗੁਰ ਦੇ ਸ਼ਬਦ ਨੂੰ ਵੀ ਰਤਨ ਕਿਹਾ ਹੈ, ਜਿਸ ਨੂੰ ਆਪਾਂ ਪੜ੍ਹਦੇ ਹਾਂ, ਗੁਰ ਕਾ ਸ਼ਬਦ ਰਤਨ ਹੈ, ਹੀਰੇ ਜਿਤ ਜੜਾਓ, ਸ਼ਬਦ ਛੇਤੀ ਮਨ ਮਿਲਿਆ। ਗੁਰ ਕਾ ਸ਼ਬਦ ਰਤਨ ਹੈ, ਹੀਰੇ ਜਿਤ ਜੜਾਓ, ਸ਼ਬਦ ਰਤਨ ਜਿਤ ਮਨ ਲਾਗਾ, ਇਹ ਹੋਆ ਸਮਾਓ, ਸ਼ਬਦ ਛੇਤੀ ਮਨ ਮਿਲਿਆ, ਸੱਚੇ ਲਾਇਆ ਪਾਓ। ਆਪੇ ਹੀਰਾ ਰਤਨ ਆਪੇ, ਜਿਸ ਨੂੰ ਦੇ ਬੁਝਾਏ, ਕਹਿ ਨਾਨਕ ਸ਼ਬਦ ਰਤਨ ਹੈ, ਹੀਰਾ ਜਿਤ ਜੜਾਓ। ਮਨ ਵੀ ਲਾਲ ਰਤਨ ਦੀ ਨਿਆਈ ਹੈ, ਨਾਮ ਵੀ ਰਤਨ ਹੈ, ਸਾਰਾ ਕੁਛ, ਕਿਉਂਕਿ ਸਾਰਾ ਆਪਾਂ ਮਾਲਕ ਦੀ ਅੰਸ਼ ਹਾਂ। ਲਾਥੀ ਭੂਖ ਤ੍ਰਿਸ਼ਨ ਸਭ ਲਾਥੀ, ਚਿੰਤਾ ਸਗਲ ਬੇਸਾਰੀ। ਮਨ ਦੀ ਭੁੱਖ ਵੀ ਲੱਥੀ ਗਈ, ਤ੍ਰਿਸ਼ਨਾ ਵੀ ਲੱਥ ਗਈ, ਤੇ ਚਿੰਤਾ ਵੀ ਬਿਸਰ ਗਈ। ਚਿੰਤਾ ਸਗਲ ਬੇਸਾਰੀ। ਕਰ ਮਸਤਕ ਗੁਰ ਪੂਰੈ ਤਰਿਓ, ਮਨ ਜੀਤੋ ਜਗ ਸਾਰੀ। ਪੂਰੇ ਗੁਰ ਨੇ ਮਸਤਕ ਦੇ ਉੱਤੇ ਹੱਥ ਧਰ ਦਿੱਤਾ, ਤੇ ਮਨ ਸਾਰੇ ਸੰਸਾਰ ਨੂੰ ਜਿੱਤ ਗਿਆ। ਕਿਉਂਕਿ ਜਦ ਮਨ ਜਿੱਤ ਗਿਆ ਤੇ ਸਮਝ ਲਓ ਜੱਗ ਨੂੰ ਵੀ ਜਿੱਤ ਲਿਆ। ਮਨ ਜੀਤਾ ਜਗ ਜੀਤ। ਗੁਰ ਦੇ ਗਿਆਨ ਦੁਆਰਾ ਜਦੋਂ ਗੁਰ ਹੱਥ ਧਰ ਦਿੰਦਾ ਹੈ ਮਸਤਕ ਤੇ, ਫਿਰ ਮਨ ਜਿੱਤ ਜਾਂਦਾ ਹੈ ਤੇ ਜੱਗ ਨੂੰ ਵੀ ਜਿੱਤ ਜਾਂਦਾ ਹੈ। ਤ੍ਰਿਪਤ ਅਗਾਏ ਰਹੇ ਰਿਦ ਅੰਤਰ, ਡੋਲਣ ਤੇ ਅਬ ਚੁਕੇ। ਫਿਰ ਕੀ ਅਵਸਥਾ ਬਣ ਗਈ ਕਿ ਮਨ ਤ੍ਰਿਪਤ ਹੋ ਗਿਆ, ਸਦਾ ਰਜਿਆ ਹੈ, ਹਿਰਦੇ ਦੇ ਵਿੱਚ ਵਸਦਾ ਹੈ, ਡੋਲਦਾ ਨਹੀਂ। ਡੋਲਣ ਤੇ ਅਬ ਚੁਕੇ, ਮਨ ਅਡੋਲ ਹੋ ਗਿਆ ਹੈ, ਕਿਉਂਕਿ ਪ੍ਰਭੂ ਦੇ ਨਾਮ ਦੇ ਨਾਲ ਜੁੜ ਕੇ, ਨਾਮ ਅਡੋਲ ਹੈ। ਮਨ ਕਦੋਂ ਡੋਲਦਾ ਹੈ? ਜਦੋਂ ਮਨ ਮਾਇਆ ਦੇ ਨਾਲ ਜੁੜਿਆ ਹੈ, ਕਿਉਂਕਿ ਮਾਇਆ ਵੀ ਡੋਲਦੀ ਹੈ ਤੇ ਮਨ ਵੀ ਡੋਲਦਾ ਹੈ। ਜਿਵੇਂ ਆਪਾਂ ਉਦਾਹਰਨ ਦੇ ਤੌਰ ਤੇ ਦੇਖੀਏ ਕਿ ਕੋਈ ਪੰਛੀ ਹੈ, ਦਰਖਤ ਤੇ ਬੈਠਾ ਹੈ, ਹਵਾ ਚੱਲਦੀ ਹੈ, ਦਰਖਤ ਝੂਲਦਾ ਹੈ ਤੇ ਨਾਲ ਪੰਛੀ ਵੀ ਝੂਲਦਾ ਹੈ। ਕਿਉਂਕਿ ਦਰਖਤ ਝੂਲਦਾ ਹੈ, ਪੰਛੀ ਵੀ ਝੂਲੇਗਾ। ਜਦੋਂ ਕੋਈ ਪੰਛੀ ਪਹਾੜ ਤੇ ਬੈਠ ਜਾਂਦਾ ਹੈ, ਹਵਾ ਚੱਲਦੀ ਲੇਕਿਨ ਪਹਾੜ ਨਹੀਂ ਡੋਲਦਾ, ਪਹਾੜ ਨਹੀਂ ਝੂਲਦਾ, ਅਡੋਲ ਹੈ, ਤੇ ਉੱਥੇ ਪੰਛੀ ਵੀ ਨਹੀਂ ਝੂਲੇਗਾ, ਅਡੋਲ ਹੋ ਜਾਏਗਾ। ਇੱਦਾਂ ਹੀ ਜਿੰਨੀ ਦੇਰ ਸਾਡਾ ਮਨ ਤਨ ਨਾਲ ਜੁੜਿਆ ਹੈ, ਮਾਇਆ ਨਾਲ ਜੁੜਿਆ ਹੈ, ਮਾਇਆ ਡੋਲਦੀ ਤੇ ਮਨ ਵੀ ਡੋਲਦਾ ਹੈ। ਜੇ ਮਨ ਨਾਮ ਨਾਲ ਜੁੜ ਜਾਵੇ ਤੇ ਨਾਮ ਅਡੋਲ ਹੈ ਤੇ ਮਨ ਵੀ ਅਡੋਲ ਹੋ ਜਾਂਦਾ ਹੈ। ਪਰ ਸਮਝਾਉਂਦੇ ਨੇ, ਮਾਇਆ ਡੋਲੇ ਬਹੁ ਵਿਧੀ, ਮਨ ਲਪਟਿਓ ਤੇ ਸੰਗ, ਮੰਗਣ ਤੇ ਜੇ ਤੁਮ ਰੱਖੋ ਨਾਨਕ ਨਾਮੇ ਰੰਗ। ਵੀ ਮਾਇਆ ਡੋਲਦੀ ਤੇ ਨਾਲ ਮਨ ਵੀ ਡੋਲਦਾ ਹੈ। ਤੇ ਭਗਤਾਂ ਨੇ ਮਨ ਕਿਹਦੇ ਨਾਲ ਜੋੜਿਆ? ਪਰਮੇਸ਼ਰ ਨਾਲ। ਪਰਮੇਸ਼ਰ ਇੱਕ ਪਰਬਤ ਦੀ ਨਿਆਈ ਹੈ, ਨਾਮ ਪਰਬਤ ਦੀ ਨਿਆਈ ਹੈ। ਤੇ ਨਾ ਪਰਬਤ ਡੋਲੇ ਤੇ ਨਾ ਅਸੀਂ ਡਿੱਗੀਏ, ਨਾ ਅਸੀਂ ਡੋਲੀਏ। ਬਾਬਾ ਕਬੀਰ ਜੀ ਸਮਝਾਉਂਦੇ ਨੇ,
तू मेरो मेर पर्वत है स्वामी, ओट गही मैं तेरी, ना तुम डोलो ना हम गिरते, रख लीनी हर मेरी। ਜੇ ਆਪਾਂ ਉਸ ਪ੍ਰਭੂ ਦੇ ਨਾਲ ਜੁੜ ਗਏ, ਨਾਮ ਨਾਲ ਜੁੜ ਗਏ, ਤੇ ਉਹ ਅਡੋਲ ਹੈ। ਬਾਣੀ ਪ੍ਰਭ ਕੀ ਸਭ ਕੋ ਬੋਲੈ, ਆਪ ਅਡੋਲ ਨਾ ਕਬਹੂ ਡੋਲੈ। ਹੁਣ ਨਾਮ ਅਡੋਲ ਹੈ, ਇਸ ਕਰਕੇ ਮਹਾਰਾਜ ਸਮਝਾਉਂਦੇ ਨੇ ਕਿ ਹੁਣ ਮਨ ਨਾਮ ਨਾਲ ਜੁੜ ਗਿਆ, ਨਾਮ ਰਤਨ ਨੂੰ ਪਾ ਲਿਆ, ਤੇ ਹੁਣ ਤ੍ਰਿਪਤ ਹੈ, ਹੁਣ ਡੋਲਦਾ ਨਹੀਂ ਹੈ। ਡੋਲਣ ਤੇ ਅਬ ਚੁੱਕੇ। ਅਖੁੱਟ ਖਜ਼ਾਨਾ ਸਤਿਗੁਰ ਦੀਆ, ਤੋਟ ਨਹੀਂ ਰੇ ਮੁਕੇ। ਹੁਣ ਐਸਾ ਖਜ਼ਾਨਾ, ਨਾਮ ਦਾ ਖਜ਼ਾਨਾ ਜਿਹੜਾ ਅਖੁੱਟ ਖਜ਼ਾਨਾ ਹੈ, ਅਤੁੱਟ ਖਜ਼ਾਨਾ ਹੈ, ਕਦੇ ਤੋਟ ਨਹੀਂ ਆਉਂਦੀ, ਕਦੇ ਨਿਖੁੱਟਦਾ ਨਹੀਂ ਹੈ, ਅਖੁੱਟ ਹੈ। ਇਸ ਕਰਕੇ ਮੁੱਕਦਾ ਨਹੀਂ ਹੈ। ਜਿੰਨਾ ਮਰਜ਼ੀ ਖਰਚੀ ਜਾਈਏ, ਖਾਈ ਜਾਈਏ, ਵੱਧਦਾ ਜਾਂਦਾ ਹੈ, ਤੋਟ ਨਹੀਂ ਆਉਂਦੀ। ਖਾਵੋ ਖਰਚਾ, ਖਾਵੈ ਖਰਚਾ ਰਲ ਮਿਲ ਭਾਈ, ਤੋਟ ਨ ਆਵੈ ਵੱਧ ਦੋ ਜਾਈ। ਅਚਰਜ ਏਕ ਸੁਨੋ ਰੇ ਭਾਈ, ਗੁਰ ਐਸੀ ਬੂਝ ਬੁਝਾਈ। ਅਚਰਜ ਹੈ ਇਹ ਜਿਹੜਾ ਗਿਆਨ, ਕਿਸ ਦਾ ਹੈ? ਅਚਰਜ ਗਿਆਨ ਹੈ। ਗੁਰ ਸਾਨੂੰ ਐਸੀ ਬੂਝ ਬੁਝਾਉਂਦਾ ਹੈ ਕਿ ਅਸੀਂ ਕਿਸ ਨਾਲ ਜੁੜ ਜਾਂਦੇ? ਅਚਰਜ ਦੇ ਨਾਲ, ਪ੍ਰਕਾਸ਼ ਦੇ ਨਾਲ, ਨਿਰੰਕਾਰ ਦੇ ਨਾਲ। ਲਾਹੇ ਭਾਰ ਦਾ ਠਾਕੁਰ ਜੋ ਭੇਟਿਓ, ਤੋ ਬਿਸਰੀ ਤਾਤ ਪਰਾਈ। ਜਿਹੜਾ ਸਾਡੇ ਤੇ ਪਰਮੇਸ਼ਰ ਦੇ ਵਿਚਾਲੇ ਇੱਕ ਭਰਮ ਦਾ ਪਰਦਾ ਹੈ, ਜਦੋਂ ਪਰਦਾ ਪਾਸੇ ਹੋ ਜਾਂਦਾ ਹੈ ਤੇ ਫਿਰ ਪਰਮੇਸ਼ਰ ਪ੍ਰਗਟ ਹੁੰਦਾ ਹੈ ਸਾਹਮਣੇ, ਅਸੀਂ ਉਸ ਦੇ ਨਾਲ ਮਿਲਾਪ ਕਰਦੇ ਹਾਂ। ਫਿਰ ਕੀ ਹੁੰਦਾ ਹੈ? ਜਦੋਂ ਸਾਨੂੰ ਗਿਆਨ ਹੋ ਜਾਂਦਾ ਹੈ ਕਿ ਆਪਾਂ ਸਾਰੇ ਪ੍ਰਭੂ ਦੇ ਹਾਂ ਤੇ ਪ੍ਰਭੂ ਸਾਡਾ ਹੈ ਤੇ ਅਸੀਂ ਉਸ ਦੇ ਬੱਚੇ ਹਾਂ, ਉਹ ਸਾਡਾ ਮਾਤਾ ਪਿਤਾ ਹੈ, ਤੇ ਫਿਰ ਅਸੀਂ ਕੌਣ ਹਾਂ? ਸਾਰੇ ਭਰਾ ਹਾਂ। ਫਿਰ ਪਰਾਇਆ ਨਹੀਂ ਰਹਿੰਦਾ ਕੋਈ, ਫਿਰ ਸਾਨੂੰ ਕੋਈ ਪਰਾਈ ਤਾਤ ਜਿਹੜੀ ਸਤਾਉਂਦੀ ਨਹੀਂ, ਵਿਸਰ ਜਾਂਦੀ ਹੈ। ਇਸ ਕਰਕੇ ਸਮਝਾਉਂਦੇ ਨੇ, ਤੋ ਵਿਸਰੀ ਤਾਤ ਪਰਾਈ। ਆਪਾਂ ਪਰਾਈ ਚੀਜ਼ ਤੇ ਆਪਣਾ ਹੱਕ ਨਹੀਂ ਜਾਣਦੇ। ਕਹਿਓ ਨਾ ਜਾਈ ਇਹੋ ਅਚੰਭੋ, ਸੋ ਜਾਣੇ ਜਿਨ ਚਾਖਿਆ। ਹੁਣ ਇਹ ਐਸਾ ਖੇਡ ਹੈ, ਐਸਾ ਅਚੰਭਾ ਹੈ, ਅਚਰਜ, ਕਿ ਕਹਿ ਨਹੀਂ ਸਕਦੇ, ਸਿਰਫ ਉਸ ਨੂੰ ਜਾਣ ਸਕਦੇ ਹਾਂ। ਜਿਹੜਾ ਉਸ ਦੇ ਆਨੰਦ ਨੂੰ ਮਾਣ ਲੈਂਦਾ ਹੈ, ਉਸ ਨੂੰ ਬੁੱਝਦਾ ਹੈ, ਉਹਦੇ ਸਵਾਦ ਨੂੰ, ਆਨੰਦ ਨੂੰ ਮਾਣ ਸਕਦਾ ਹੈ, ਲੇਕਿਨ ਕਹਿਣ ਦੇ ਵਿੱਚ ਨਹੀਂ ਹੈ, ਬਿਆਨ ਕਰਨ ਦੇ ਵਿੱਚ ਨਹੀਂ ਹੈ। ਕਹੋ ਨਾਨਕ ਸੱਚ ਭਏ ਵਿਗਾਸਾ, ਗੁਰ ਨਿਧਾਨ ਹਿਰਦੈ ਲੈ ਰੱਖਿਆ। ਕਿ ਹੁਣ ਸੱਚ ਦਾ ਪ੍ਰਕਾਸ਼ ਹੋ ਗਿਆ ਹੈ, ਗੁਰ ਦਾ ਗਿਆਨ ਲੈ ਕੇ ਹਿਰਦੇ ਦੇ ਵਿੱਚ ਵਸਾ ਲਿਆ, ਤੇ ਕਹਿਣ ਦੇ ਵਿੱਚ ਨਹੀਂ ਆਉਂਦਾ। ਹੁਣ ਸਿਰਫ ਉਸ ਨੂੰ ਮਾਣ ਸਕਦੇ ਹਾਂ, ਉਸ ਦੇ ਰੰਗ ਨੂੰ ਮੰਨ ਸਕਦੇ ਹਾਂ। ਜਿਨ੍ਹਾਂ ਮਾਣਿਆ ਗੁਰਲਾ ਗਿਆਨ ਲੈ ਕੇ ਮਨ ਵਿੱਚ ਵਸਾਇਆ ਤੇ ਅਚਰਜ ਨੂੰ ਦੇਖਿਆ, ਤੇ ਉਹਨਾਂ ਦਾ ਮਨ ਤ੍ਰਿਪਤ ਹੋ ਗਿਆ, ਡੋਲਣ ਤੋਂ ਹਟ ਗਿਆ। ਲੇਕਿਨ ਕਹਿਆ ਨਹੀਂ ਜਾ ਸਕਦਾ, ਕਿਉਂਕਿ ਕਹਿਣ ਦੇ ਵਿੱਚ ਨਹੀਂ ਆਉਂਦਾ। ਕਹਿਣ ਕਥਨ ਕੋ, ਕਥਨ ਕਹਿਣ ਕੋ ਸੋਝੀ ਨਾਹੀ, ਜੋ ਭੇਖੈ ਤਿਸ ਬਣ ਆਵੈ। ਉਸ ਨੂੰ ਬਣ ਆਉਂਦਾ ਹੈ ਜੋ ਦੇਖਦਾ ਹੈ, ਜੋ ਗੁਰ ਦੇ ਗਿਆਨ ਦੁਆਰਾ ਦੇਖਣ ਦਾ ਅਭਿਆਸ ਕਰਦਾ, ਉਸ ਦਾ ਦਰਸ਼ਨ ਕਰ ਸਕਦਾ ਹੈ, ਲੇਕਿਨ ਉਹਦੇ ਬਾਰੇ ਕਹਿ ਨਹੀਂ ਸਕਦਾ, ਕਿਉਂਕਿ ਕਹਿਣ ਦੇ ਵਿੱਚ ਆਉਂਦਾ ਨਹੀਂ। ਕਿਹਾ ਜਾਵੇਗਾ ਉਹ ਲਿਖਿਆ ਵੀ ਜਾ ਸਕਦਾ ਹੈ, ਇਸ ਕਰਕੇ ਉਹ ਕਹਿਣ ਦੇ ਵਿੱਚ ਨਹੀਂ, ਲਿਖਣ ਦੇ ਵਿੱਚ ਨਹੀਂ, ਲੇਖੇ ਤੋਂ ਬਾਹਰ ਹੈ, ਅੱਖਰਾਂ ਤੋਂ ਨਿਰਲੇਪ ਹੈ। ਜਿੰਨੇ ਵੀ ਦ੍ਰਿਸ਼ਟਮਾਨ ਅੱਖਰ ਨੇ, ਇਹਨਾਂ ਤੋਂ ਪਾਰ ਬ੍ਰਹਮ ਨਿਰਲੇਪ ਹੈ। ਦ੍ਰਿਸ਼ਟਮਾਨ ਅੱਖਰ ਹੈ ਜੇਤਾ, ਨਾਨਕ ਪਾਰ ਬ੍ਰਹਮ ਨਿਰਲੇਪਾ। ਇਸ ਕਰਕੇ ਉਸ ਨੂੰ ਜਾਣ ਸਕਦੇ ਹਾਂ, ਦੇਖ ਸਕਦੇ ਹਾਂ, ਆਨੰਦ ਮਾਣ ਸਕਦੇ ਹਾਂ, ਕਹਿ ਨਹੀਂ ਸਕਦੇ। ਉਸ ਨੂੰ ਦੇਖਣ ਦੇ ਵਾਸਤੇ ਆਪਾਂ ਗੁਰ ਲੈ ਸਕਦੇ ਹਾਂ, ਵਿਧੀ ਸਿੱਖ ਸਕਦੇ ਹਾਂ, ਸਮਝ ਸਕਦੇ ਹਾਂ, ਤੇ ਉਸ ਨੂੰ ਦੇਖ ਸਕਦੇ, ਲੇਕਿਨ
ਕਹਿ ਨਹੀਂ ਸਕਦੇ, ਕਹਿਣ ਦੇ ਵਿੱਚ ਆਉਂਦਾ ਨਹੀਂ ਹੈ। ਆਓ ਅਗਲਾ ਸ਼ਬਦ ਹੈ ਗੌੜੀ ਮਾਲਾ ਮਹੱਲਾ ਪੰਜਵਾਂ। ਉਬਰਤ ਰਾਜਾ ਰਾਮ ਕੀ ਸਰਨੀ, ਸਰਬ ਲੋਕ ਮਾਇਆ ਕੇ ਮੰਡਲ, ਗਿਰ ਗਿਰ ਭਰਤੇ ਤਰਨੀ। ਸੰਸਾਰ ਹੈ ਜਿਹੜਾ, ਜਿੱਥੇ ਤੱਕ ਸਾਡੇ ਲੋਕ ਹੈ, ਇਹ ਮਾਇਆ ਦਾ ਮੰਡਲ ਹੈ। ਇਸ ਨੂੰ ਮਿਰਤ ਮੰਡਲ ਵੀ ਕਿਹਾ ਹੈ, ਮਾਇਆ ਦਾ ਮੰਡਲ ਹੈ। ਜਿੱਥੇ ਅਸੀਂ ਸਵੇਰੇ ਆਉਂਦੇ ਹਾਂ, ਇਹ ਸਾਰਾ ਸੰਸਾਰ ਹੈ। ਇਸ ਨੂੰ ਗੁਰਬਾਣੀ ਦੇ ਵਿੱਚ ਮਿਰਤ ਮੰਡਲ ਵੀ ਕਿਹਾ ਹੈ। ਤੇ ਆਪਾਂ ਜਿੱਥੋਂ ਦੇ ਰਹਿਣ ਵਾਲੇ ਹਾਂ, ਉਸ ਨੂੰ ਸੁਨ ਮੰਡਲ ਕਿਹਾ ਹੈ। ਆਪਾਂ ਸੁਨ ਮੰਡਲ ਦੇ ਵਿੱਚੋਂ ਸਵੇਰੇ ਇਸ ਮਿਰਤ ਮੰਡਲ ਦੇ ਵਿੱਚ ਆਉਂਦੇ ਹਾਂ, ਤੇ ਰਾਤ ਨੂੰ ਇਸ ਮਿਰਤ ਮੰਡਲ ਨੂੰ ਛੱਡ ਕੇ ਸੁਨ ਮੰਡਲ ਦੇ ਵਿੱਚ ਜਾਂਦੇ ਹਾਂ। ਸੁਨ ਮੰਡਲ ਦੇ ਵਿੱਚ ਆਪਣਾ ਜਿਹੜਾ ਰੂਪ ਹੈ, ਉੱਥੇ ਅਸੀਂ ਨਾ ਨਾਰ ਹਾਂ ਨਾ ਪੁਰਖ ਹਾਂ, ਉੱਥੇ ਸਾਡੀ ਜੋਤ ਹੈ। ਜਦੋਂ ਮਨ ਸੁਨ ਮੰਡਲ ਦਾ ਵਾਸੀ ਬਣ ਜਾਂਦਾ ਹੈ, ਜੁੜ ਜਾਂਦਾ ਹੈ ਮਾਲਕ ਦੇ ਨਾਲ, ਉੱਥੇ ਫਿਰ ਨਾਰੀ ਪੁਰਖ ਨਹੀਂ ਹੈ। ਜਿਵੇਂ ਮਹਾਰਾਜ ਸਮਝਾਉਂਦੇ ਨੇ, ਸੁਨ ਮੰਡਲ ਇੱਕ ਜੋਗੀ ਬੈਸੇ, ਨਾਰ ਨਾ ਪੁਰਖ ਕਹੂੰ ਕੋ ਕੈਸੇ। ਨਾ ਨਾਰ ਹੈ ਨਾ ਪੁਰਖ ਹੈ। ਨਾਰੀ ਪੁਰਖ ਦੇ ਦੋ ਕੱਪੜੇ ਜਿਹੜੇ ਤਿਆਰ ਕੀਤੇ ਨੇ, ਉਹ ਮਿਰਤ ਮੰਡਲ ਦੇ ਨੇ। ਮਨ ਆਉਂਦਾ ਹੈ, ਇਹਨਾਂ ਕੱਪੜਿਆਂ ਨੂੰ ਪਹਿਨਦਾ ਹੈ। ਇੱਕ ਮਨ ਨਾਰੀ ਦਾ ਕੱਪੜਾ ਪਹਿਨਦਾ ਹੈ, ਇੱਕ ਮਨ ਪੁਰਖ ਦਾ ਕੱਪੜਾ ਪਹਿਨਦਾ ਹੈ। ਕਿਉਂਕਿ ਦੋ ਕੱਪੜੇ ਤਿਆਰ ਕੀਤੇ ਨੇ ਪਰਮੇਸ਼ਰ ਨੇ ਸਾਡਾ ਨਵੇੜਾ ਕਰਨ ਦੇ ਵਾਸਤੇ। ਇਸ ਕੱਪੜਿਆਂ ਨੂੰ ਹੀ ਬਿਖ ਕਹਿ ਦਿੱਤਾ ਹੈ। ਨਾਰੀ ਪੁਰਖ ਸਿਰਜੀਅਨ, ਬਿਖ ਮਾਇਆ ਮੋਹ ਪਿਆਰੋ। ਖਾਣੀ ਬਾਣੀ ਤੇਰੀਆਂ ਦੇ ਜੀ ਅਧਾਰੋ, ਕੁਦਰਤ ਤਖਤ ਰਚਾਇਆ ਸੱਚ ਨਿਵੇੜਨ ਹਾਰੋ। ਇਹ ਕੱਪੜੇ ਨੇ, ਇਸ ਕਰਕੇ ਸਾਨੂੰ ਸਮਝਾਉਂਦੇ ਨੇ ਕਿ ਇਹ ਇੱਕ ਦਿਨ ਨਾਸ ਹੋਣੇ ਨੇ ਸਾਰੇ। ਸਰਬ ਲੋਕ ਮਾਇਆ ਕੇ ਮੰਡਲ, ਗਿਰ ਗਿਰ ਭਰਤੇ ਤਰਨੀ। ਇੱਕ ਦਿਨ ਗਿਰ ਪੈਂਦੇ ਨੇ ਧਰਤੀ ਤੇ, ਨਾਸ ਹੋ ਜਾਂਦੇ ਨੇ, ਮਿੱਟੀ ਹੋ ਜਾਂਦੇ ਨੇ। ਤੇ ਮਨ ਇਸ ਮੰਡਲ ਨੂੰ, ਮਾਇਆ ਦੇ ਮੰਡਲ ਨੂੰ ਛੱਡ ਕੇ ਕਿੱਥੇ ਜਾਵੇ? ਜਿੱਥੇ ਇਹਨੇ ਉਭਰਨਾ ਹੈ। ਉਬਰਤ ਰਾਜਾ ਰਾਮ ਕੀ ਸਰਨੀ। ਜੇ ਰਾਮ ਦੀ, ਰਾਜੇ ਰਾਮ ਦੀ, ਰਾਜਾ ਰਾਮ ਕੌਣ ਹੈ? ਪਰਮੇਸ਼ਰ। ਉਸ ਦੀ ਸ਼ਰਨ ਵਿੱਚ ਜਾਵਾਂਗੇ, ਉਭਰ ਜਾਵਾਂਗੇ। ਜੇ ਇਸ ਮਾਇਆ ਦੇ ਮੰਡਲ 'ਚ ਰਵਾਂਗੇ ਤੇ ਇਸ ਨੇ ਨਾਸ ਹੋ ਜਾਣਾ ਹੈ, ਤੇ ਸਾਨੂੰ ਫਿਰ ਦੁਬਾਰਾ ਨਵਾਂ ਮੰਡਲ ਦੇ ਦੇਣਾ ਹੈ। ਸ਼ਾਸਤਰ ਸਿਮਰਤ ਵੇਦ ਵਿਚਾਰੇ, ਮਹਾਂਪੁਰਖਨ ਇਉਂ ਕਹਿਆ। ਸਮਝਾਉਂਦੇ ਨੇ ਵੀ ਸ਼ਾਸਤਰ ਸਿਮਰਤ ਵੇਦਾਂ ਨੂੰ ਜਦੋਂ ਵਿਚਾਰ ਕੇ ਦੇਖਦੇ ਹਾਂ, ਜਿਨ੍ਹਾਂ ਨੇ ਇਹ ਵੇਦ ਵਿੱਚ ਲਿਖੇ ਨੇ, ਕਿਹਨਾਂ ਲਿਖੇ ਇਹ ਵੇਦ? ਭਗਤਾਂ ਨੇ, ਜਿਨ੍ਹਾਂ ਪ੍ਰਭੂ ਨੂੰ ਜਾਣ ਲਿਆ। ਕਿਉਂਕਿ ਆਪ ਪ੍ਰਭੂ ਨੇ ਆਪਣਾ ਗਿਆਨ ਦਿੱਤਾ ਹੈ ਆਪਣੇ ਜਨਾਂ ਦੁਆਰਾ। ਹਰ ਸਿਮਰਨ ਕਰ ਭਗਤ ਪ੍ਰਗਟਾਏ, ਹਰ ਸਿਮਰਨ ਲੱਗ ਵੇਦ ਉਪਾਏ। ਹਰੀ ਦੇ ਸਿਮਰਨ ਦੇ ਦੁਆਰਾ ਵੇਦ ਲਿਖੇ ਗਏ ਨੇ, ਕਿਉਂਕਿ ਪ੍ਰਭੂ ਦੇ ਨਾਲ ਮਿਲਾਪ ਹੋਇਆ। ਪ੍ਰਭੂ ਨੇ ਜੋ ਗਿਆਨ ਦਿੱਤਾ, ਉਹ ਸਾਨੂੰ ਲਿਖਤੀ ਰੂਪ ਦੇ ਵਿੱਚ ਵੇਦਾਂ ਦੇ ਵਿੱਚ ਲਿਖ ਕੇ ਦੇ ਦਿੱਤਾ ਹੈ, ਬਿਆਨ ਕੀਤਾ ਹੋਇਆ ਹੈ। ਇਸ ਕਰਕੇ ਜਦੋਂ ਇਹਨਾਂ ਨੂੰ ਵਿਚਾਰਦੇ ਹਾਂ, ਪੜ੍ਹਦੇ ਹਾਂ, ਫਿਰ ਇਹਨਾਂ ਦੇ ਵਿੱਚ ਕੀ ਕਿਹਾ ਹੋਇਆ ਸਾਨੂੰ? ਮਹਾਂਪੁਰਖਨ ਇਉਂ ਕਹਿਆ, ਬਿਨ ਹਰ ਭਜਨ ਨਾਹੀ ਨਿਸਤਾਰਾ, ਸੂਖ ਨਾ ਕਿਨਹੂ ਲਿਆ। ਬੇ ਹਰੀ ਦੇ ਭਜਨ ਤੋਂ ਬਿਨਾਂ, ਹਰੀ ਦੀ ਬੰਦਗੀ ਤੋਂ ਬਿਨਾਂ ਸਾਡਾ ਨਿਸਤਾਰਾ ਨਹੀਂ ਹੋਣਾ, ਸਾਨੂੰ ਸੁੱਖ ਨਹੀਂ ਪ੍ਰਾਪਤ ਹੋ ਸਕਦਾ। ਸੁੱਖ ਨਾ ਕਿਨਹੂ ਲਿਆ, ਕਿਸੇ ਨੇ ਵੀ ਉਸ ਪ੍ਰਭੂ ਦੇ ਭਜਨ ਬੰਦਗੀ ਤੋਂ ਬਿਨਾਂ ਸੁੱਖ ਨਹੀਂ ਪ੍ਰਾਪਤ ਹੋਇਆ ਕੀਤਾ। ਤੀਨ ਭਵਨ ਕੀ ਲਖਮੀ ਜੋਰੀ, ਬੂਝਤ ਨਾ ਹੀ ਲਹਿਰੇ। ਤ੍ਰੈ ਭਵਨਾਂ ਦੇ ਵਿੱਚ, ਸੰਸਾਰ ਦੇ ਵਿੱਚ ਧਨ ਦੌਲਤ ਜਿੰਨਾ ਮਰਜ਼ੀ ਇਕੱਠਾ ਕਰ ਲਈਏ ਅਸੀਂ, ਤਿੰਨ ਤਰ੍ਹਾਂ ਦਾ
ਧਨ ਦੌਲਤ ਹੈ, ਵਡਿਆਈ, ਸੰਸਾਰਿਕ ਵਡਿਆਈਆਂ ਨੇ, ਜੋ ਵੀ ਆਪਾਂ ਮਰਜ਼ੀ ਪ੍ਰਾਪਤ ਕਰ ਲਈਏ, ਲੇਕਿਨ ਤ੍ਰਿਸ਼ਨਾ ਨਹੀਂ ਬੁਝਦੀ। ਬੂਝਤ ਨਾ ਹੀ ਲਹਿਰੇ। ਹੋਰ ਮਨ ਦੇ ਵਿੱਚ ਲਹਿਰਾਂ ਚੱਲਦੀਆਂ ਰਹਿੰਦੀਆਂ ਨੇ, ਹੋਰ ਦੀਆਂ ਅੰਦਰ ਲਾਲਸਾ ਲੱਗੀ ਰਹਿੰਦੀ ਹੈ। ਬਿਨ ਹਰ ਭਗਤ ਕਹਾਂ ਥਿਤ ਪਾਵੈ, ਫਿਰ ਤੋਂ ਪਹਿਰੇ ਪਹਿਰੇ। ਹਰੀ ਦੀ ਭਗਤੀ ਤੋਂ ਬਿਨਾਂ ਮਨ ਨੂੰ ਟਿਕਾ ਨਹੀਂ ਆ ਸਕਦਾ, ਫਿਰਦਾ ਹੈ, ਉੱਧਰ ਉੱਧਰ ਦੌੜਿਆ ਫਿਰੀ ਜਾਂਦਾ ਹੈ। ਕਿਉਂਕਿ ਥਿਤ ਕਦੋਂ ਹੋਣਾ ਹੈ? ਜਦੋਂ ਇਸ ਨੂੰ ਪ੍ਰਭੂ ਦੀ ਭਗਤੀ ਦੇ ਵਿੱਚ ਨਾਮ ਦੀ ਪ੍ਰਾਪਤੀ ਹੋਣੀ ਹੈ, ਅਖੁੱਟ ਖਜ਼ਾਨਾ ਪ੍ਰਾਪਤ ਹੁੰਦਾ ਹੈ। ਅਨੇਕ ਬਿਲਾਸ ਕਰਤ ਮਨ ਮੋਹਣ, ਪੂਰਨ ਹੋਤ ਨਾ ਕੰਮ। ਅਨੇਕਾਂ ਇੱਥੇ ਦੇ ਆਨੰਦ ਮਾਣਦਾ ਹੈ, ਬਿਲਾਸ ਕਰਦਾ ਹੈ, ਭੋਗ ਵਿਲਾਸ ਕਰਦਾ ਹੈ, ਪਰ ਜੀਵ ਦੀ ਕਾਮ ਪੂਰਤੀ ਪੂਰੀ ਨਹੀਂ ਹੁੰਦੀ। ਜਲ ਤੋਂ ਕਬੂ ਨਾ ਬੂਝਤ, ਸਗਲ ਬਿਰਥੇ ਬਿਨ ਨਾਮਾ। ਜਲਦਾ ਰਹਿੰਦਾ, ਸੜਦਾ ਰਹਿੰਦਾ ਹੈ, ਕਦੇ ਵੀ ਤ੍ਰਿਪਤ ਨਹੀਂ ਹੁੰਦਾ, ਤ੍ਰਿਸ਼ਨਾ ਨਹੀਂ ਬੁਝਦੀ, ਜਦਨੀ ਦੇਰ ਨਾਮ ਦੀ ਪ੍ਰਾਪਤੀ ਨਹੀਂ ਹੁੰਦੀ। ਸਗਲ ਬਿਰਥੇ ਬਿਨ ਨਾਮਾ। ਨਾਮ ਤੋਂ ਬਿਨਾਂ ਸਾਰਾ ਕੁਝ ਬਿਰਥ ਹੈ। ਜੋ ਮਰਜੀ ਆਨੰਦ ਮਾਣ ਲਵੇ ਸੰਸਾਰ ਦੇ, ਪਰ ਤ੍ਰਿਪਤ ਨਹੀਂ ਹੋ ਸਕਦਾ, ਕਿਉਂਕਿ ਤ੍ਰਿਪਤੀ ਹੋਣੀ ਹੈ ਨਾਮ ਤੋਂ। ਹਰ ਕਾ ਨਾਮ ਜਪੋ ਮੇਰੇ ਮੀਤਾ, ਇਹ ਹੈ ਸਾਰ ਸੁਖ ਪੂਰਾ। ਇਸ ਕਰਕੇ ਸਮਝਾਉਂਦੇ ਨੇ ਕਿ ਹੇ ਮਿੱਤਰ, ਹਰੀ ਦੇ ਨਾਮ ਨੂੰ ਜਪੋ। ਇਹ ਜਿਹੜਾ ਸਾਰ ਹੈ, ਇਹ ਸੁਖ ਪੂਰਾ ਸੁਖ ਹੈ। ਜਦੋਂ ਨਾਮ ਦੀ ਸੋਝੀ ਹੋ ਗਈ, ਸਾਨੂੰ ਨਾਮ ਨੂੰ ਬੁਝ ਲਿਆ, ਨਾਮ ਨੂੰ ਜਾਣ ਲਿਆ, ਇਹੀ ਅਸਲੀ ਸੁਖ ਹੈ। ਸਾਧ ਸੰਗਤ ਜਨਮ ਮਰਨ ਨਿਵਾਰੈ, ਨਾਨਕ ਜਨ ਕੀ ਤੁਰਾ। ਸਾਧ ਸੰਗਤ ਦੇ ਵਿੱਚ ਜਨਾਂ ਦੀ ਤੂਰੀ, ਜਨਾਂ ਦੇ ਬਚਨਾਂ ਨੂੰ ਲੈ ਕੇ, ਸੁਣ ਕੇ, ਮੰਨ ਕੇ ਜਨਮ ਮਰਨ ਦਾ ਗੇੜ ਖਤਮ ਹੁੰਦਾ ਹੈ, ਤੇ ਇਹੀ ਅਸਲੀ ਸੁਖ ਹੈ। ਇਸ ਤੋਂ ਬਿਨਾਂ ਸੁਖ ਪ੍ਰਾਪਤ ਨਹੀਂ ਹੁੰਦਾ। ਇਸ ਕਰਕੇ ਸਮਝਾਉਂਦੇ ਨੇ ਕਿ ਸਿਰਫ ਉਸ ਪ੍ਰਭੂ ਦੀ ਸ਼ਰਨ ਦੇ ਵਿੱਚ ਹੀ ਅਸੀਂ ਉਭਰ ਸਕਦੇ ਹਾਂ। ਉਸ ਤੋਂ ਬਿਨਾਂ ਸਾਰਾ ਕੁਛ ਮਾਇਆ ਦਾ ਮੰਡਲ ਹੈ, ਤੇ ਅਖੀਰ ਧਰਤ ਤੇ ਗਿਰਦਾ ਹੈ, ਤੇ ਅਸੀਂ ਸੁਖੀ ਨਹੀਂ ਹੋ ਸਕਦੇ। ਸੁਖ ਹੋਵਾਂਗੇ ਤਾਂ ਪ੍ਰਭੂ ਦੇ ਨਾਮ ਦੇ ਵਿੱਚ ਜੁੜ ਕੇ, ਹਰੀ ਦਾ ਭਜਨ ਕਰਕੇ ਹੀ ਸਾਡਾ ਨਿਸਤਾਰਾ ਹੋ ਸਕਦਾ ਹੈ। ਅਗਲਾ ਸ਼ਬਦ ਹੈ ਗੌੜੀ ਮਾਲਾ ਮਹੱਲਾ ਪੰਜਵਾਂ। ਮੋਕੋ ਇਹ ਬਿਦ ਕੋ ਸਮਝਾਵੈ, ਕਰਤਾ ਹੋਏ ਜਨਾਵੈ। ਹੁਣ ਸਮਝਾਉਂਦੇ ਨੇ ਕਿ ਇਹ ਜਿਹੜੀ ਬਿਦ ਹੈ, ਆਪ ਪ੍ਰਭੂ ਇਹ ਗਿਆਨ ਦਿੰਦਾ ਹੈ, ਕੋਈ ਦੂਜਾ ਇਹ ਗਿਆਨ ਨਹੀਂ ਦੇ ਸਕਦਾ। ਇਹ ਜਿਹੜੀ ਵਿਧ ਹੈ ਪ੍ਰਭੂ ਨੂੰ ਮਿਲਣ ਦਾ, ਇਹ ਆਪ ਕਰਤਾ, ਆਪ ਜਨਾਉਂਦਾ ਹੈ। ਪਰ ਜਨਾਉਂਦਾ ਕਿਹਨਾਂ ਦੁਆਰਾ ਹੈ? ਆਪਣੇ ਜਨਾਂ ਦੁਆਰਾ। ਕਿਉਂਕਿ ਪਰਮੇਸ਼ਰ ਪਹਿਲਾਂ ਕਿਸੇ ਨੂੰ ਜਨਾਉਂਦਾ ਹੈ, ਫਿਰ ਉਹਦੇ ਜਨ ਉਹਦਾ ਪਰਮੇਸ਼ਰ ਦਾ ਗਿਆਨ ਦਿੰਦੇ ਨੇ। ਪ੍ਰਭ ਤੇ ਜਨ ਜਾਨੀਜੈ, ਜਨ ਤੇ ਸੁਆਮੀ। ਪ੍ਰਭੂ ਆਪਣੇ ਜਨਾਂ ਨੂੰ, ਜਿਨ੍ਹਾਂ ਨੂੰ ਆਪਣਾ ਜਨ ਬਣਾ ਲੈਂਦਾ ਹੈ, ਗਿਆਨ ਦਿੰਦਾ ਹੈ, ਉਹਨਾਂ ਨੂੰ ਆਪ ਸੋਝੀ ਦਿੰਦਾ, ਫਿਰ ਉਹਦੇ ਜਨ ਉਸ ਪ੍ਰਭੂ ਦਾ ਅੱਗੇ ਜੀਵਾਂ ਨੂੰ ਭੇਤ ਦਿੰਦੇ ਨੇ। ਹੁਣ ਇੱਥੇ ਹੀ ਸਮਝਾਉਂਦੇ ਨੇ ਕਿ ਉਹ ਮਾਲਿਕ ਆਪ ਆਪਣੇ ਜਨਾਂ ਦੁਆਰਾ ਇਹ ਬਿਧ ਸਮਝਾਉਂਦਾ ਹੈ ਕਿ ਕਿਵੇਂ ਆਪਾਂ ਉਸ ਪ੍ਰਭੂ ਦੇ ਨਾਲ ਜੁੜਨਾ ਹੈ, ਕਿਵੇਂ ਉਸ ਨੂੰ ਮਿਲਣਾ ਹੈ। ਇਹ ਰਹੋ ਪੰਕਤੀਆਂ ਨੇ ਸ਼ਬਦ ਦੀਆਂ।
ਹੁਣ ਅੱਗੇ ਸ਼ਬਦ ਦੇ ਵਿੱਚ ਸਮਝਾਉਂਦੇ ਨੇ, ਅਣਜਾਣਤ ਕਿਛ ਇਨਹਿ ਕਮਾਨੋ, ਜਪ ਤਪ ਕਛੂ ਨਾ ਸਾਦਾ। ਜਿੰਨੀ ਦੇਰ ਜੀਵ ਅਣਜਾਣ ਹੈ, ਉਨੀ ਦੇਰ ਜੋ ਕਮਾਉਂਦਾ ਹੈ ਆਪਣੀ ਮਤ ਦੁਆਰਾ ਚੱਲਦਾ ਹੈ। ਉਹ ਜਪ ਤਪ ਦਾ ਗਿਆਨ ਨਹੀਂ ਜਿਸ ਦੁਆਰਾ ਅਸੀਂ ਪ੍ਰਭੂ ਨੂੰ ਮਿਲਣਾ ਹੈ। ਦਹਿ ਦਿਸ ਲੈ ਇਹ ਮਨ ਦੌੜਾਇਓ, ਕਵਣ ਕਰਮ ਕਰ ਬਾਦਾ। ਤੇ ਮਨ ਨੂੰ ਦਸਾਂ ਦਿਸ਼ਾਵਾਂ ਨੂੰ ਦੌੜਾਉਂਦਾ ਹੈ, ਕਿਉਂਕਿ ਗਿਆਨ ਨਹੀਂ ਹੈ, ਤੇ ਕਿਸੇ ਕਰਮ ਚ ਲਾਉਂਦਾ ਹੈ, ਧਰਮ ਦੇ ਕਰਮ ਕਰਦਾ ਹੈ ਪ੍ਰਭੂ ਨੂੰ ਮਿਲਣ ਦੇ ਵਾਸਤੇ, ਪਰ ਅਣਜਾਣ ਹੈ, ਗਿਆਨ ਨਹੀਂ ਹੈ। ਜਦ ਤੱਕ ਅਣਜਾਣ ਹੈ, ਹੋਏ ਇਹ ਆਣਾ ਕਰੇ ਕੰਮ ਆਣ ਨਾ ਸਕੈ ਰਾਸ। ਅਜੇ ਕਹਿੰਦੇ ਜੇ ਅਣਜਾਣ ਹੈ, ਆਣਾ ਹੈ, ਕੰਮ ਕਰੇ ਰਾਸ ਨਹੀਂ ਆਉਂਦਾ। ਜੇ ਕਿਤੇ ਇੱਕ ਅੱਧਾ ਹੋ ਵੀ ਗਿਆ ਤੇ ਦੂਜਾ ਖਰਾਬ ਕਰ ਦੇਗਾ। ਜੇ ਇੱਕ ਅੱਧ ਚੰਗੀ ਕਰੇ ਦੂਜੀ ਹੋ ਆਵੇ, ਦੂਜੀ ਵੀ ਬੇਰਾਸ। ਜੇ ਇੱਕ ਚੰਗੀ ਕਰ ਵੀ ਲਿਆ ਦੂਜੀ ਗਲਤ ਕਰ ਦੇਗਾ, ਅਣਜਾਣ ਹੈ। ਇਸ ਕਰਕੇ ਦਸਾਂ ਦਿਸ਼ਾਵਾਂ ਨੂੰ ਮਨ ਦੌੜਦਾ ਹੈ, ਕਰਮ ਵੀ ਕਰਦਾ ਹੈ ਧਰਮ ਦੇ, ਲੇਕਿਨ ਆਪਣੀ ਮਤ ਦੁਆਰਾ ਕਰਦਾ ਹੈ। ਮਨ ਤਨ ਧਨ ਭੂਮ ਕਾ ਠਾਕੁਰ, ਹਉ ਇਸਕਾ ਇਹ ਮੇਰਾ। ਮਨ ਤਨ, ਧਨ ਧਰਤੀ, ਇਹਦਾ ਠਾਕੁਰ ਹੈ ਜਿਹੜਾ। ਕੌਣ ਹੈ? ਆਪ ਮਾਲਕ ਹੈ। ਆਪਾਂ ਉਸਦੇ ਹਾਂ, ਉਹ ਸਾਡਾ ਹੈ। ਪਰਮ ਮੋਹ ਕਛ ਸੂਝਸ ਨਾਹੀਂ, ਇਹ ਪੈਖਰ ਪਏ ਪੈਰਾ। ਪਰ ਅਸੀਂ ਭਰਮ 'ਚ ਫਸ ਗਏ ਕਿ ਜੋ ਮਾਲਕ ਹੈ, ਅਸਲੀ ਠਾਕੁਰ ਹੈ, ਉਸ ਦੀ ਸਾਨੂੰ ਸੋਝੀ ਨਹੀਂ ਹੈ, ਕਿਉਂਕਿ ਸਾਡੇ ਪੈਰਾਂ ਦੇ ਵਿੱਚ ਬੰਧਨ ਪੈ ਗਏ ਹਾਂ। ਅਸੀਂ ਸਾਰਾ ਕੁਛ ਆਪਣਾ ਸਮਝਦੇ ਹਾਂ, ਜਿਸ ਦਾ ਹੈ ਉਸ ਨੂੰ ਨਹੀਂ ਜਾਣਦੇ। ਤਬ ਇਹ ਕਹਾਂ ਕਮਾਵਣ ਭਰਿਆ, ਜਬ ਇਹ ਕਛੂ ਨਾ ਹੋਤਾ। ਜਦ ਕੁਛ ਹੈ ਹੀ ਨਹੀਂ, ਫਿਰ ਇਹ ਕਿਆ ਕਮਾ ਸਕਦਾ ਹੈ? ਕਿਉਂਕਿ ਆਪਾਂ ਕੁਛ ਨਹੀਂ ਕਮਾ ਸਕਦੇ। ਕਮਾਉਂਦਾ ਕੌਣ ਹੈ? ਜਦ ਸਾਡੇ 'ਚ ਉਸ ਮਾਲਿਕ ਦੀ ਜੋਤ ਹੈ। ਜਦ ਅਸੀਂ ਕੁਛ ਹੈ ਹੀ ਨਹੀਂ, ਅਸੀਂ ਕੀ ਕਮਾ ਸਕਦੇ ਹਾਂ? ਜਬ ਏਕ ਨਿਰੰਜਨ ਨਿਰੰਕਾਰ ਪ੍ਰਭ, ਸਭ ਕੁਛ ਆਪੇ ਕਰਤਾ। ਜਦ ਸਾਨੂੰ ਪਤਾ ਹੈ ਕਿ ਕਰਨ ਵਾਲਾ ਤਾਂ ਇੱਕ ਪਰਮੇਸ਼ਰ ਹੀ ਹੈ, ਕਰਨ ਕਾਰਨ ਪ੍ਰਭ ਇੱਕ ਹੈ, ਦੂਸਰਾ ਨਾ ਹੀ ਕੋਈ। ਨਾਨਕ ਤਿਸ ਬਲਿਹਾਰਨਾ ਜਲ ਥਲ ਮਹੀਲ ਸੋਏ। ਕਰਨ ਵਾਲਾ ਤਾਂ ਇੱਕ ਹੀ ਹੈ, ਦੂਜਾ ਤਾਂ ਹੈ ਨਹੀਂ। ਜੇ ਅਸੀਂ ਇੰਨੇ ਸਮਰੱਥ ਹੋਈਏ, ਫਿਰ ਅਸੀਂ ਤਾਂ ਬਹੁਤ ਕੁਛ ਕਰ ਲਈਏ, ਪਰ ਸਾਡਾ ਕੀਤਾ ਕੁਛ ਹੁੰਦਾ ਨਹੀਂ ਹੈ। ਸੰਸਾਰ ਦੇ ਵਿੱਚ ਆਪਾਂ ਬਹੁਤ ਸਾਰੇ ਕਰਮ ਲੋਚਦੇ ਹਾਂ ਵੀ ਅਸੀਂ ਆਹ ਕਰਮ ਕਰੀਏ, ਪਰ ਸਾਡਾ ਕੀਤਾ ਹੁੰਦਾ ਨਹੀਂ ਹੈ, ਕਿਉਂਕਿ ਕਰਨ ਵਾਲਾ ਕੌਣ ਹੈ? ਆਪ। ਉਨੀ ਦੇਰ ਅਸੀਂ ਫਸਦੇ ਹਾਂ ਜਿੰਨੀ ਦੇਰ ਆਪਾਂ ਕਹਿੰਦੇ ਹਾਂ ਕਿ ਮੈਂ ਇਹ ਕੁਛ ਕਰਨਾ ਹੈ। ਉਹੀ ਸਾਨੂੰ ਗਰਭ ਜੂਨ ਦੇ ਵਿੱਚ ਲੈ ਜਾਂਦਾ ਹੈ। ਜਬ ਇਹ ਜਾਣੈ ਮੈਂ ਕਿਛ ਕਰਤਾ, ਤਬ ਲਗ ਗਰਭ ਜੋਨ ਮੈਂ ਫਿਰਦਾ। ਕਿਉਂਕਿ ਆਪਾਂ ਨਹੀਂ ਕੁਛ ਕਰ ਸਕਦੇ, ਕਰਨ ਵਾਲਾ ਆਪ ਮਾਲਕ ਹੈ। जब एक निरंजन निरंकार प्रभ, सब किछ आपे करता। अपने करतब आपे जानै, जिन ए रचन रचाया। अपने करतब आप जानदा है, जिन्हें ए रचना राची है संसार दी। कहो नानक करनहार है आपे, सतगुर परम चुकाया। ते समझाउंदे ने एक सोझी कदों आउंदी है, कदों जीव इस चों निकलदा है कि मैं नहीं कुछ करदा, वो करदा है। जदों साडा भरम खत्म हो जाता है, जदों सानू पता चल जाता है कि वो मालिक ही करन वाला है, जदों भरम दा पर्दा पासे हो जाता, जदों उसनूं असीं हाज़र नाज़र
ਦੇਖ ਲੈਂਦੇ ਹਾਂ, ਫਿਰ ਸਾਨੂੰ ਪਤਾ ਚੱਲਦਾ ਕਿ ਅਸੀਂ ਨਹੀਂ ਕੁਝ ਕਰ ਸਕਦੇ। ਕਰਨ ਵਾਲਾ ਕੌਣ ਹੈ? ਆਪ ਮਾਲਕ। ਜਿਵੇਂ ਬਾਬਾ ਕਬੀਰ ਜੀ ਨੂੰ ਪੁੱਛਿਆ ਕਿ ਤੁਸੀਂ ਐਸਾ ਕੀ ਕੀਤਾ ਕਿ ਬੜੀ ਤੁਹਾਡੀ ਬੱਲੇ ਬੱਲੇ ਹੋਈ, ਸੰਸਾਰ ਦੇ ਵਿੱਚ ਬੜੀ ਵਡਿਆਈ ਹੋ ਰਹੀ ਹੈ, ਕਬੀਰ ਕਬੀਰ ਹੀ ਹੋਈ ਪਈ ਹੈ। ਕਿਉਂਕਿ ਬਾਬਾ ਕਬੀਰ ਜੀ ਜਦੋਂ ਪ੍ਰਭੂ ਦੀ ਭਗਤੀ ਕਰਦੇ ਸੀ ਤੇ ਬਾਬਾ ਕਬੀਰ ਜੀ ਦੀ ਬੜੀ ਵਡਿਆਈ ਹੋਣ ਲੱਗੀ ਸੰਸਾਰ ਦੇ ਵਿੱਚ। ਤੇ ਲੋਕ ਪੁੱਛਣ ਲੱਗੇ ਕਿ ਐਸਾ ਤੁਸੀਂ ਕੀ ਕਰ ਦਿੱਤਾ ਕਿ ਸਾਰੇ ਪਾਸੇ ਕਬੀਰ ਹੀ ਕਬੀਰ ਹੋਈ ਪਈ ਹੈ। ਤੇ ਬਾਬਾ ਕਬੀਰ ਜੀ ਕਹਿੰਦੇ ਵੀ ਅਸੀਂ ਕੁਛ ਨਹੀਂ ਕੀਤਾ, ਜੋ ਕੀਤਾ ਉਸ ਪ੍ਰਭੂ ਨੇ ਕੀਤਾ। ਨਾ ਤਾਂ ਮੈਂ ਕੁਛ ਕੀਤਾ ਹੈ, ਨਾ ਮੈਂ ਕਰ ਹੀ ਸਕਦਾ ਹਾਂ। ਜੋ ਕਰਿਆ ਉਸ ਪ੍ਰਭੂ ਨੇ ਕੀਤਾ। ਹਾਂ, ਇੰਨਾ ਵੀ ਵਡਿਆਈ ਸਾਡੀ ਹੋ ਰਹੀ, ਪਰ ਅਸੀਂ ਕੀਤਾ ਕੁਛ ਨਹੀਂ ਹੈ। ਨਾ ਹਮ ਕੀਆ ਨਾ ਕਰਾਂਗੇ, ਨਾ ਕਰ ਸਕੈ ਸਰੀਰ। ਜੋ ਕੀਆ ਸੋ ਹਰ ਕੀਆ, ਭਇਓ ਕਬੀਰ ਕਬੀਰ। ਵੀ ਜੋ ਕੀਤਾ ਪਰਮੇਸ਼ਰ ਨੇ ਕੀਤਾ, ਅਸੀਂ ਨਹੀਂ ਕੁਛ ਵੀ ਕਰ ਸਕਦੇ, ਪਰ ਸਾਡੀ ਵਡਿਆਈ ਜ਼ਰੂਰ ਹੋ ਰਹੀ ਹੈ। ਪਰ ਇਹ ਸਾਰਾ ਜਦੋਂ ਭਰਮ ਖਤਮ ਹੋ ਜਾਂਦਾ, ਜਦੋਂ ਸਾਨੂੰ ਪਤਾ ਚੱਲਦਾ ਕਿ ਇੱਕ ਹੀ ਮਾਲਕ ਕਰਨ ਵਾਲਾ ਹੈ। ਜਦ ਸਾਡੇ 'ਚ ਜੋਤ ਨਿਕਲ ਜਾਂਦੀ, ਫਿਰ ਆਪਾਂ ਨੂੰ ਹੋਇਆ ਵੀ ਚਲੋ ਕਰੋ ਕੰਮ ਕੋਈ। ਆਪਾਂ ਕੁਛ ਕਰ ਸਕਦੇ, ਆਪਾਂ ਤਾਂ ਬੋਲ ਨਹੀਂ ਸਕਦੇ, ਤੁਰ ਨਹੀਂ ਸਕਦੇ, ਦੇਖ ਨਹੀਂ ਸਕਦੇ, ਕੁਛ ਨਹੀਂ ਕਰ ਸਕਦਾ, ਮੁਰਦਾ ਹੈ। ਉਨੀ ਦੇਰ ਹੀ ਆਪਾਂ ਕਰ ਸਕਦੇ ਜਿੰਨੀ ਦੇਰ ਸਾਡੇ 'ਚ ਆਪ ਵਸਦਾ ਹੈ। ਇਸ ਕਰਕੇ ਸਮਰੱਥ ਆਪ ਹੈ। ਸੋ ਹੁਣ ਨਾਲ ਨਾਲ ਆਪਾਂ ਪਰਮ ਪਾਸੇ ਕਰੀਏ, ਤਾਂ ਕਿ ਸਾਨੂੰ ਪਤਾ ਚੱਲ ਜਾਵੇ ਕਿ ਇੱਕ ਹੀ ਹੈ ਜੋ ਕਰਨ ਦੇ ਯੋਗ ਹੈ, ਜਿਸ ਨੇ ਸਾਨੂੰ ਸਾਰਾ ਕੁਛ ਬਖਸ਼ਿਸ਼ ਕੀਤਾ ਹੈ, ਜਿਹੜਾ ਸਾਨੂੰ ਮਾਤਾ ਦੇ ਗਰਭ ਦੇ ਵਿੱਚ ਸਵਾਰਦਾ ਹੈ। ਫਿਰ ਜਦੋਂ ਜਨਮ ਲੈਂਦੇ ਹਾਂ ਦੁੱਧ ਦਿੰਦਾ ਹੈ, ਫਿਰ ਸੁੱਖ ਦਿੰਦਾ ਹੈ। ਜਦੋਂ ਅਸੀਂ ਵੱਡੇ ਹੁੰਦੇ ਹਾਂ ਰਸ ਦਿੰਦਾ ਹੈ, ਖਾਣ ਨੂੰ, ਪੀਣ ਨੂੰ ਪਾਣੀ, ਠੰਡੀ ਹਵਾ, ਸਾਰਾ ਕੁਛ ਕਿਆ ਨਹੀਂ ਦਿੰਦਾ ਆਪਾਂ ਨੂੰ, ਪਰ ਅਸੀਂ ਉਸ ਨੂੰ ਜਾਣਿਆ ਨਹੀਂ। ਕਿਉਂਕਿ ਉਸ ਨੂੰ ਜਾਣਨਾ ਹੈ, ਆਪਾਂ ਦੋਨਾਂ ਰੂਪਾਂ ਨੂੰ ਜਾਣਨਾ ਹੈ ਕਿ ਕਿਹੜਾ ਉਸ ਦਾ ਮੂਲ ਰੂਪ ਹੈ ਤੇ ਕਿਹੜਾ ਦ੍ਰਿਸ਼ਟਮਾਨ ਹੈ। ਮਹਾਰਾਜ ਸਮਝਾਉਂਦੇ ਨੇ, ਰਮਈਆ ਕੇ ਗੁਣ ਚੇਤ ਪ੍ਰਾਨੀ, ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ। ਜਿਨ ਤੂੰ ਸਾਜ ਸਵਾਰ ਸ਼ਿਗਾਰਿਆ, ਗਰਭ ਅਗਨ ਮੈਂ ਜਿਨੇ ਉਬਾਰਿਆ। ਬਾਰ ਵਿਵਸਥਾ ਤੁਝੇ ਪਿਆਰੇ ਦੂਧ, ਭਰ ਜੋਬਨ ਭੋਜਨ ਸੁਖ ਸੂਦ। ਬਿਰਧ ਪਿਆ ਉਪਰ ਸਾਖ ਸੈਨ, ਮੁਖ ਪਿਆਉ ਬੈਠ ਕੋ ਦੈਨ। ਇਹ ਨਿਰਗੁਣ ਗੁਣ ਕਛੂ ਨਾ ਬੂਝੈ, ਬਖਸ਼ ਲਿਓ ਤੋ ਨਾਨਕ ਸੀਜੈ। ਜੇ ਪ੍ਰਸਾਦ ਧਰ ਉਪਰ ਸੁਖ ਵਸੈ, ਸੁਤ ਪ੍ਰਾਤ ਮੀਤ ਬੰਤਾ ਸੰਗ ਹਸੈ। ਜੇ ਪ੍ਰਸਾਦ ਪੀਵੈ ਸੀਤਲ ਜਲਾ, ਸੁਖਦਾਈ ਪਵਨ ਪਾਵਕ ਅਮੁੱਲਾ। ਜੇ ਪ੍ਰਸਾਦ ਭੋਗੈ ਸਭ ਰਸਾ, ਸਗਲ ਸਮਗਰੀ ਸੰਗ ਸਾਥ ਬਸਾ। ਦੀਨੇ ਹਸਤ ਪਾਵ ਕਰਨ ਨੇਤਰ ਰਸਨਾ, ਤਿਸੇ ਤਿਆਗ ਅਵਰ ਸੰਗ ਰਚਨਾ। ਐਸੇ ਦੋਖ ਮੂੜੰਦ ਵਿਆਪੇ, ਨਾਨਕ ਕਾਢ ਲਿਓ ਪ੍ਰਭ ਆਪੇ। ਉਸ ਪ੍ਰਭੂ ਨੂੰ ਆਪਾਂ ਜਾਣਨਾ ਹੈ, ਭਰਮ ਦੂਰ ਕਰਨਾ ਹੈ। ਕਿਵੇਂ ਆਪਾਂ ਉਸ ਨੂੰ ਧਿਆਉਣਾ ਹੈ? ਆਪਾਂ ਇੱਕ ਦ੍ਰਿਸ਼ਟ ਹੋ ਕੇ ਉਸ ਨੂੰ ਧਿਆਉਣਾ ਹੈ। ਇਹ ਮਨ ਹਰ ਜੀਤਿਆਏ ਤੂੰ, ਇੱਕ ਮਨ ਇੱਕ ਚਿੱਤ ਪਾਏ। ਇੱਕ ਮਨ ਹੋ ਕੇ ਇੱਕ ਚਿੱਤ, ਕਿਉਂਕਿ ਇਹੀ ਧਿਆਉਣਾ ਉਸ ਪ੍ਰਭੂ ਨੂੰ ਪਾਉਂਦਾ ਹੈ। ਹਰ ਕੀਆਂ ਸਦਾ ਸਦਾ ਵਡਿਆਈਆਂ, ਦੇ ਨਾ ਪਛੋ ਤਾਏ। ਫਿਰ ਉਹ ਸਾਨੂੰ ਉਹ ਵਡਿਆਈਆਂ ਦਿੰਦਾ ਹੈ ਜਿਹੜੀਆਂ ਸਦਾ ਹੀ ਵਡਿਆਈਆਂ ਨੇ, ਜਿਹੜੀਆਂ ਕਿ ਦੇ ਕੇ ਪਛਤਾਉਂਦਾ ਨਹੀਂ ਜਦੋਂ ਅਸੀਂ ਉਸ ਨੂੰ ਪਾ ਜਾਂਦੇ ਹਾਂ। ਸੋ ਕਿਵੇਂ ਆਪਾਂ ਆਪਣੇ ਆਪ ਨੂੰ ਪਹਿਚਾਨਣਾ ਹੈ ਕਿ ਅਸੀਂ ਇੱਕ ਦ੍ਰਿਸ਼ਟ ਹਾਂ, ਇੱਕ ਚਿੱਤ ਹਾਂ, ਇੱਕ ਮਨ ਹਾਂ, ਕਿ ਦੋ ਚਿੱਤੀ ਦੇ ਵਿੱਚ ਹਾਂ। ਦੋਨਾਂ ਨੇਤਰਾਂ ਨੂੰ ਇਸ ਪੁਆਇੰਟ 'ਤੇ ਆਪਾਂ ਧਿਆਨ ਟਿਕਾਉਣਾ ਹੈ। ਇੱਥੇ ਦ੍ਰਿਸ਼ਟੀ ਫੋਕਸ ਕਰਕੇ ਆਪਣੇ ਆਪ ਨੂੰ ਦੇਖਣਾ ਹੈ।
ਇੱਥੇ ਦ੍ਰਿਸ਼ਟੀ ਫੋਕਸ ਕਰਕੇ ਜੇ ਸਾਨੂੰ ਨੱਕ ਨਜ਼ਰ ਆਉਂਦਾ ਹੈ ਫਿਰ ਅਸੀਂ ਦੁਚਿੱਤੀ ਦੇ ਵਿੱਚ ਹਾਂ, ਦੋ ਦ੍ਰਿਸ਼ਟੀ ਦੇ ਵਿੱਚ ਹਾਂ। ਜੇ ਨਜ਼ਰ ਨਹੀਂ ਆਉਂਦਾ, ਜੇ ਨੱਕ ਨਹੀਂ ਦਿਸਦਾ, ਫਿਰ ਇੱਕ ਦ੍ਰਿਸ਼ਟ ਹਾਂ। ਜੇ ਫਿਰ ਦਿਸਦਾ ਹੈ ਫਿਰ ਆਪਾਂ ਇਹ ਦੇਖਣਾ ਹੈ ਕਿ ਕਿਸ ਪਾਸੇ ਤੋਂ ਦਿਸਦਾ ਹੈ, ਸੱਜੇ ਪਾਸੇ ਦਿਸਦਾ ਹੈ, ਖੱਬੇ ਜਾਂ ਵਿਚਾਲੇ। ਕਿਉਂਕਿ ਸੱਜੇ ਪਾਸੇ ਤਮੋ ਗੁਣ ਹੈ, ਖੱਬੇ ਰਜੋ ਗੁਣ ਤੇ ਵਿਚਾਲੇ ਸਤੋ ਗੁਣ ਹੈ। ਇਹਨਾਂ ਆਪਣੇ ਆਪ ਨੂੰ ਅਸੀਂ ਪਰਖਣਾ ਹੈ। ਉਸ ਤੋਂ ਬਾਅਦ ਫਿਰ ਆਵਾਜ਼ ਦੇਵਾਂਗੇ ਕਿ ਧਿਆਨ ਸਾਹਮਣੇ ਲੈ ਕੇ ਆਓ। ਦੇਖ ਲਓ ਕਿਵੇਂ ਕਰਨਾ। ਪਹਿਲਾਂ ਇਸ ਪੁਆਇੰਟ 'ਤੇ ਦ੍ਰਿਸ਼ਟੀ ਨੂੰ ਆਪਾਂ ਫੋਕਸ ਕਰਨਾ ਹੈ, ਧਿਆਨ ਇੱਥੇ ਟਿਕਾਉਣਾ ਹੈ, ਆਪਣੇ ਆਪ ਨੂੰ ਪਰਖਣਾ ਹੈ। ਇੱਥੋਂ ਫਿਰ ਆਵਾਜ਼ ਦੇਵਾਂਗੇ ਕਿ ਧਿਆਨ ਸਾਹਮਣੇ ਲੈ ਕੇ ਆਓ। ਇੱਥੋਂ ਆਪਾਂ ਸਾਹਮਣੇ ਦੇਖਣਾ ਹੈ। ਇੱਥੋਂ ਫਿਰ ਆਵਾਜ਼ ਦੇਵਾਂਗੇ ਕਿ ਧਿਆਨ ਨੂੰ ਮਸਤਕ ਦੇ ਸਾਹਮਣੇ ਲੈ ਜਾਓ। ਇੱਥੋਂ ਆਪਾਂ ਪਲਕਾਂ ਉੱਤੇ ਚੁੱਕਦੇ ਫਿਰ ਜਦੋਂ ਆਵਾਜ਼ ਦੇਵਾਂਗੇ ਕਿ ਧਿਆਨ ਸਾਹਮਣੇ ਲੈ ਕੇ ਆਓ, ਫਿਰ ਸਾਹਮਣੇ ਲੈ ਕੇ ਆਉਣਾ ਵਾਪਸ। ਫਿਰ ਜਦੋਂ ਕਹਾਂਗੇ ਸਮ ਕਰਕੇ ਦੇਖੋ, ਫਿਰ ਇੱਥੇ ਦੋਨਾਂ ਨੂੰ ਨੇਤਰਾਂ ਨੂੰ ਸਮ ਕਰਕੇ ਇੱਥੇ ਦ੍ਰਿਸ਼ਟੀ ਫੋਕਸ ਕਰਕੇ ਫਿਰ ਦੇਖਣਾ ਹੈ। ਜੇ ਸਾਨੂੰ ਪਹਿਲਾਂ ਨੱਕ ਦਿਸਦਾ ਹੈ ਫਿਰ ਆਪਾਂ ਵਾਪਸ ਆ ਕੇ ਦੇਖਣਾ ਹੈ। ਜੇ ਦਿਸਣੋਂ ਹਟ ਗਿਆ ਤੇ ਇੱਕ ਦ੍ਰਿਸ਼ਟ ਹੋ ਗਏ। ਉਸ ਤੋਂ ਬਾਅਦ ਫਿਰ ਆਪਾਂ ਧਿਆਨ ਲਾਵਾਂਗੇ ਪਹਿਲਾਂ ਨੀਚੇ, ਜਿਵੇਂ ਜਿਵੇਂ ਕਵਾਂਗੇ ਉੱਥੇ ਉੱਥੇ ਧਿਆਨ ਲਗਾਉਣਾ ਹੈ। ਆਓ ਨੇਤਰ ਸਮ ਕਰਕੇ ਆਪਣੇ ਆਪ ਨੂੰ ਪਹਿਲਾਂ ਥੋੜਾ ਪਰਖੋ, ਦੇਖੋ। ਸਾਹਮਣੇ ਲੈ ਕੇ ਆਓ ਧਿਆਨ। ਮਸਤਕ ਦੇ ਸਾਹਮਣੇ ਲੈ ਜਾਓ, ਪਲਕਾਂ ਉੱਤੇ ਚੁੱਕ ਦਿਓ। फिर सामने लेके आइए।
सम करके देखो, दृष्टि फोकस करके अपने आप ਨੂੰ फिर देखो। ਜੇ ਕੋਈ ਨਵਾਂ ਜੀਵ ਜੇ ਪੈਰਾ ਨੱਕ ਦਿਸਦਾ ਸੀ, ਹੁਣ ਉਹ ਦੇਖੋ ਕਿ ਦਿਸਣੋਂ ਹਟ ਗਿਆ। ਜੇ ਦਿਸਣੋਂ ਹਟ ਗਿਆ ਤੇ ਇੱਕ ਦ੍ਰਿਸ਼ਟ ਹੋ ਗਏ। नीचे ले जो ध्यान, नीचे जो चादर विछी है, चादर तो थोड़ा जा उत्ते देखने की कोशिश करनी है। बिल्कुल रिलैक्स, जोर नहीं लगाना। इत्थे सानू प्रकाश अनुभव होना शुरू हो जाएगा। बिल्कुल पानी वांगू हलचल अनुभव होएगी, जिमें पानी दियां लहरां हुंदियां सरोवर दे विच। इदां ही सानू इत्थे प्रकाश दियां लहरां अनुभव होणगियां।
फिर सम करके अपने आप ਨੂੰ देखो। फिर नीचे ले जो ध्यान। और सामने लेके आइए ध्यान।
ਮਸਤਕ ਦੇ ਸਾਹਮਣੇ ਲੈ ਜਾਓ ਧਿਆਨ, ਪਲਕਾਂ ਉੱਤੇ ਚੁੱਕ ਦੋ। सामने ਲੈ ਕੇ ਆਈਏ ਫਿਰ। नीचे ले जाओ ध्यान।
ਸਮ ਕਰਕੇ ਆਪਣੇ ਆਪ ਨੂੰ ਦੇਖੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਗੁਰਮੁਖ ਪਿਆਰਿਓ, ਇਸ ਤਰੀਕੇ ਦੇ ਨਾਲ ਜਿਹੜਾ ਅਭਿਆਸ ਹੈ ਆਪਾਂ ਕਰਨਾ ਹੁੰਦਾ ਹੈ। ਨੇੜੇ ਦੇਖਣਾ ਹੈ, ਮਨ ਨੂੰ ਨੀਵਾਂ ਰੱਖਣਾ ਹੈ। 2 ਪੁਆਇੰਟ ਜਿਹੜੇ ਆਪਾਂ ਯਾਦ ਤੇ ਆਉਣੇ ਨੇ, ਇੱਕ ਇਸ ਪੁਆਇੰਟ ਨੂੰ ਤੇ ਇੱਕ ਨੀਚੇ, ਵਾਰ ਇੱਥੇ ਫਿਰ ਨੀਚੇ, ਤਾਂ ਕਿ ਸਾਨੂੰ ਆਪਣਾ ਆਪ ਦਾ ਸੋਝੀ ਹੋ ਜਾਵੇ, ਆਪਣੇ ਆਪ ਨੂੰ ਦੇਖਣ ਦਾ ਅਭਿਆਸ ਹੋ ਜਾਵੇ। ਆਪਣੇ ਪ੍ਰਕਾਸ਼ ਰੂਪ ਨੂੰ ਅਸੀਂ ਪਹਿਚਾਣ ਕੇ ਤੇ ਉਸ ਪ੍ਰਭੂ ਨੂੰ ਪਹਿਚਾਣ ਸਕੀਏ ਤੇ ਭਰਮ ਦੂਰ ਹੋ ਜਾਵੇ, ਮਨ ਅਡੋਲ ਹੋ ਜਾਵੇ ਉਸ ਪ੍ਰਭੂ ਦੇ ਨਾਲ ਜੁੜ ਕੇ। ਸੋ ਆਓ ਇੰਨੀ ਕੁ ਵਿਚਾਰ ਕਰਦੇ ਹਾਂ। ਬਹੁਤ ਸਾਰੀਆਂ ਭੁੱਲਾਂ ਹੋ ਜਾਂਦੀਆਂ ਹਨ। ਆਪ ਸੰਗਤ ਸਤਿਗੁਰੂ ਜੀ ਬਖਸ਼ਣਯੋਗ ਹੋ, ਬਖਸ਼ ਲੈਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।